ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਇੰਪੋਰਟੈਂਟ ਟੌਪਿਕ ਹੈਗਾ ਕੌਟਲਿਆ। ਤਾਂ ਕੌਟਲਿਆ ਕੌਣ ਸੀ ਤੇ ਇਹਨੇ ਇੱਕ ਕਿਤਾਬ ਲਿਖੀ, ਉਸ 'ਚ ਕੀ ਸੀ, ਇਹ ਇੰਪੋਰਟੈਂਟ ਹੈਗਾ ਫਰੋਮ ਦਾ ਪੁਆਇੰਟ ਆਫ ਵਿਊ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਕਲ ਸਾਇੰਸ। ਕੌਟਲਿਆ ਨੇ ਇੱਕ ਕਿਤਾਬ ਜਿਹੜੀ ਲਿਖੀ ਸੀ ਅਰਥ ਸ਼ਾਸਤਰ, ਉਸਦੇ ਵਿੱਚ ਉਸਨੇ ਪੋਲੀਟੀਕਲ ਇਕਨੋਮੀ ਦੀ ਗੱਲ ਕੀਤੀ ਹੈਗੀ ਆ। ਤੇ ਅਰਥ ਸ਼ਾਸਤਰ ਦਾ ਜਿਹੜਾ ਮਤਲਬ ਹੈਗਾ ਉਹ ਹੈ ਐਕੁਜ਼ੀਸ਼ਨ ਐਂਡ ਪ੍ਰੋਟੈਕਸ਼ਨ ਆਫ ਮੀਨਸ ਆਫ ਲਾਈਵਲੀਹੁੱਡ। ਤੇ ਇਹਦੇ ਵਿੱਚ ਸਟੇਟ ਕ੍ਰਾਫਟ ਦੀ ਗੱਲ ਕੀਤੀ ਗਈ ਹੈ, ਇੰਟਰਨਲ ਤੇ ਐਕਸਟਰਨਲ। ਮਤਲਬ ਕਿਸੇ ਰਾਜ ਨੂੰ ਕਿਵੇਂ ਚਲਾਉਣਾ ਹੈਗਾ, ਅੰਦਰੂਨੀ ਤੌਰ ਤੇ ਬਾਹਰਲੇ ਤੌਰ ਤੇ, ਮਤਲਬ ਫੋਰਨ ਅਫੇਅਰਸ ਜਾਂ ਡਿਫੈਂਡ ਕਿਵੇਂ ਕਰਨਾ ਐਕਸਟਰਨਲ ਥ੍ਰੈਟ ਤੋਂ, ਤੇ ਅੰਦਰ ਕਿਵੇਂ ਮਸ਼ੀਨਰੀ ਹੋਊਗੀ, ਕਿਵੇਂ ਰਾਜ ਭਾਗ ਨੂੰ ਚਲਾਉਣਾ, ਉਹਦੀ ਗੱਲ ਕੀਤੀ ਗਈ ਹੈ। ਤੇ ਇਹਦੇ ਵਿੱਚ ਸਟੇਟ ਕ੍ਰਾਫਟ, ਪੋਲੀਟਿਕਸ, ਇਕਨੋਮਿਕਸ, ਐਡਮਿਨਿਸਟ੍ਰੇਸ਼ਨ ਇਹੋ ਜਿਹੇ ਸਬਜੈਕਟਸ ਆਪਾਂ ਨੂੰ ਮਿਲਦੇ ਨੇ। ਤੇ ਪੋਲੀਟੀਕਲ ਸਾਇੰਸ ਦੇ ਸਕੋਲਰਸ, ਇਕਨੋਮਿਕਸ ਦੇ ਸਕੋਲਰਸ, ਮੈਨੇਜਮੈਂਟ ਦੇ, ਪਬਲਿਕ ਐਡਮਿਨਿਸਟ੍ਰੇਸ਼ਨ, ਸਾਈਕੋਲੋਜੀ, ਡਿਫੈਂਸ ਸਟੱਡੀਜ਼, ਹੋਰ ਵੀ ਕਈ ਸਬਜੈਕਟਸ ਦੇ ਸਕੋਲਰਸ ਨੇ ਜਿਹੜੇ ਇਸ ਕਿਤਾਬ ਨੂੰ ਸਟੱਡੀ ਕਰਦੇ। ਕੌਟਲਿਆ ਦਾ ਦੂਸਰਾ ਨਾਮ ਚਨਕਿਆ ਜਾਂ ਵਿਸ਼ਨੂਗੁਪਤ ਵੀ ਸੀਗਾ। ਤੇ ਇਹ ਇੱਕ ਪ੍ਰੋਫੈਸਰ ਸੀ ਟਕਸ਼ੀਲਾ ਯੂਨੀਵਰਸਿਟੀ ਦੇ ਵਿੱਚ। ਇਹ ਇੱਕ ਮੰਨਣਾ ਹੈਗੀ ਆ ਵੀ ਉਹ ਇੱਥੇ ਕੰਮ ਕਰਦਾ ਸੀਗਾ। ਤੇ ਇਹਦੇ ਉੱਤੇ ਕੰਟਰੋਵਰਸੀ ਵੀ ਹੈਗੀ ਆ ਵੀ ਵਾਕਈ ਇਹ ਟਕਸ਼ੀਲਾ ਯੂਨੀਵਰਸਿਟੀ ਪ੍ਰੋਫੈਸਰ ਸੀ, ਨਹੀਂ ਸੀ, ਇਹਦਾ ਕਾਰਜਕਾਲ ਕੀ ਸੀ, ਕਦੋਂ ਇਹ ਰਿਹਾ। ਤੇ ਇਹਦੇ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਕੌਟਲਿਆ ਜਾਂ ਚਨਕਿਆ ਆਦਮੀ ਸੀ, ਇਹ ਪ੍ਰਾਈਮ ਮਿਨਿਸਟਰ ਸੀ ਚੰਦਰਗੁਪਤ ਮੌਰਿਆ ਦਾ, ਜੋ ਕਿ ਇਹ ਕਿਤਾਬ ਕਲੇਮ ਕਰਦੀ ਹੈ। ਚੰਦਰਗੁਪਤ ਮੌਰਿਆ ਉਹ ਰਾਜਾ ਸੀ ਜਿਹਨੇ ਨੰਦਾ ਡਾਇਨੈਸਟੀ ਨੂੰ ਓਵਰਥਰੋ ਕਰਕੇ ਮੌਰੀਅਨ ਡਾਇਨੈਸਟੀ ਬਣਾਈ ਸੀ। ਇਹ ਸਭ ਕੁਝ 4th ਸੈਂਚੁਰੀ BC 'ਚ ਹੋਇਆ, ਮਤਲਬ ਕਿ ਤਕਰੀਬਨ 2300 2350 ਸਾਲ ਪੁਰਾਣੀ ਗੱਲ ਹੈਗੀ ਆ। ਇਹਦੀ ਆਥਰਸ਼ਿਪ ਤੇ ਟਾਈਮ ਤੇ ਡਿਬੇਟ ਆ। ਟਾਈਮ ਮਤਲਬ ਇਹ ਵਾਕਈ 2300 ਸਾਲ ਪਹਿਲਾਂ ਲਿਖੀ ਗਈ ਜਾਂ 2000 ਸਾਲ ਪਹਿਲਾਂ ਲਿਖੀ ਗਈ, ਤੇ ਕੌਟਲਿਆ ਨੇ ਹੀ ਲਿਖੀ ਜਾਂ ਚਨਕਿਆ ਨੇ ਹੀ ਲਿਖੀ ਜੋ ਚੰਦਰਗੁਪਤ ਮੌਰਿਆ ਦਾ ਪ੍ਰਾਈਮ ਮਿਨਿਸਟਰ ਵੀ ਰਿਹਾ, ਜਾਂ ਕੋਈ ਆਥਰ ਇਸਦਾ ਹੋਰ ਸੀਗਾ। ਅਰਥ ਸ਼ਾਸਤਰਾਂ ਨੂੰ ਆਪਾਂ 15 ਕਿਤਾਬਾਂ ਵਿੱਚ ਵੰਡ ਸਕਦੇ। ਪਹਿਲੀ ਜਿਹੜੀ ਕਿਤਾਬ ਹੈਗੀ ਆ ਬੁੱਕ 1, ਉਹ 'ਚ ਫੰਡਾਮੈਂਟਲਸ ਆਫ ਗਵਰਨੈਂਸ ਐਂਡ ਮੈਨੇਜਮੈਂਟ ਦੀ ਗੱਲ ਕੀਤੀ ਗਈ। ਬੁੱਕ 2 ਦੇ ਵਿੱਚ ਇਕਨੋਮਿਕਸ ਹੈਗੀ ਆ। 6, 7, 8 'ਚ ਫੋਰਨ ਅਫੇਅਰਸ ਨੇ। ਬੁੱਕ 9 to 14 ਦੇ ਵਿੱਚ ਡਿਫੈਂਸ, ਵਾਰਫੇਅਰ, ਮਤਲਬ ਅੱਡ-ਅੱਡ ਕਿਤਾਬਾਂ 'ਚ ਅੱਡ-ਅੱਡ ਟੌਪਿਕਸ ਨੇ। ਤੇ ਜਦੋਂ ਆਪਾਂ ਕੌਟਲਿਆ ਦਾ ਸਟਾਰਟ ਕਰਾਂਗੇ ਇੰਟਰੋਡਕਸ਼ਨ, ਵੀ ਉਸਨੇ ਕੀ ਲਿਖਿਆ, ਕੀ ਮਸ਼ੀਨਰੀ ਸੀ, ਉਸ ਤੋਂ ਪਹਿਲਾਂ ਆਪਣੇ ਲਈ ਇਹ ਜਾਣਨਾ ਜ਼ਰੂਰੀ ਆ ਕੌਟਲਿਆ ਨੇ ਕੀ ਵਿਊ ਪੁਆਇੰਟ ਦਿੱਤਾ ਕਿੰਗਸ਼ਿਪ ਦੇ ਫੇਵਰ 'ਚ। ਕਿਉਂਕਿ ਕੌਟਲਿਆ 2300 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹੈਗਾ, 2300 ਸਾਲ ਪਹਿਲਾਂ ਜੀਵਿਤ ਸੀਗਾ, ਤਾਂ ਉਦੋਂ ਕਿੰਗਸ਼ਿਪ ਹੀ ਹੁੰਦੀ ਸੀ, ਲੋਕਤੰਤਰ ਮਾਡਰਨ ਤਰੀਕੇ ਨਾਲ ਨਹੀਂ ਹੁੰਦਾ ਸੀ। ਤਾਂ ਕਿੰਗਸ਼ਿਪ ਤੋਂ ਪਹਿਲਾਂ ਕੀ ਹੁੰਦਾ ਸੀ, ਉਹ ਗੱਲ ਕਰਦਾ ਹੈ ਇੱਕ ਕਨਸੈਪਟ ਦੀ, ਮਤਸਯ ਅਨਯਾਯਾ, ਮਤਲਬ ਟੋਟਲ ਅਨਾਰਕੀ, ਸਟੇਟ ਆਫ ਨੇਚਰ। ਜਦੋਂ ਰਾਜੇ ਮਹਾਰਾਜੇ ਨਹੀਂ ਸੀਗੇ ਤਾਂ ਵੱਡੀ ਮੱਛਲੀ ਛੋਟੀ ਮੱਛੀ ਨੂੰ ਖਾ ਜਾਂਦੀ ਸੀ, ਇਸ ਤਰੀਕੇ ਨਾਲ ਇਨਸਾਨ ਰਹਿੰਦੇ ਹੁੰਦੇ ਸੀਗੇ ਵੀ ਜਿਹੜਾ ਤਾਕਤਵਰ ਹੁੰਦਾ ਸੀ ਉਹ ਗਰੀਬ ਨੂੰ ਦਬਾ ਲੈਂਦਾ ਸੀ। ਪਰ ਇਹ ਸਿਸਟਮ ਨੂੰ ਰੋਕਣ ਲਈ ਲੋਕਾਂ ਨੇ ਮਿਲ ਕੇ ਰਾਜਾ ਬਣਾਇਆ ਜੋ ਕਿ ਸਿਕਿਉਰਿਟੀ ਲਈ ਹੈਗਾ ਸਬਜੈਕਟਸ ਦੀ। ਤਾਂ ਜਿਹੜਾ ਵੀ ਰਾਜਾ ਦਾ ਕਹਿਣਾ ਨਹੀਂ ਮੰਨਦਾ ਉਹ ਤੇ ਡਿਵਾਈਨ ਪਨਿਸ਼ਮੈਂਟ ਪੈਂਦੀ ਹੈਗੀ ਆ। ਮਤਲਬ ਇੱਕ ਡਿਵਿਨਿਟੀ ਨਾਲ ਵੀ ਜੋੜ ਰਿਹਾ ਵੀ ਰਾਜੇ ਦੀ ਜੇ ਤੁਸੀਂ ਰਿਸਪੈਕਟ ਨਹੀਂ ਕਰੋਗੇ ਐਜ਼ ਸਬਜੈਕਟਸ, ਇੱਕ ਕਿੰਗਡਮ 'ਚ ਰਹਿਣ ਵਾਲੇ ਹੋ ਤੁਸੀਂ, ਤਾਂ ਤੁਹਾਡੇ ਤੇ ਪਨਿਸ਼ਮੈਂਟ ਹੋਊਗੀ ਡਿਵਾਈਨ, ਮਤਲਬ ਕੁਦਰਤ ਵੱਲੋਂ ਹੀ ਜਾਂ ਰੱਬ ਵੱਲੋਂ ਹੀ ਕਰੋਪੀ ਪਊ। ਇਸ ਤਰੀਕੇ ਨਾਲ ਇਹਨੇ ਮੋਨਾਰਕੀ ਨੂੰ ਜਸਟੀਫਾਈ ਕੀਤਾ, ਕਿੰਗਸ਼ਿਪ ਨੂੰ ਜਸਟੀਫਾਈ ਕੀਤਾ, ਤੇ ਰਾਜੇ ਨੂੰ ਕਿਹਾ ਵੀ ਉਹ ਆਪਣੇ ਸਬਜੈਕਟਸ ਦੀ ਰੱਖਿਆ ਕਰੇ, ਇਹ ਉਹਦਾ ਮੇਨ ਕੰਮ। ਫਿਰ ਉਹਨੇ ਇੱਕ ਆਪਣੀ ਫੇਮਸ ਸਪਤੰਗਾ ਥਿਉਰੀ ਦਿੱਤੀ, 7 ਪ੍ਰਕਿਰਤੀਜ਼ ਨੇ ਜਿਸ ਦੇ ਵਿੱਚ, ਇਹਦਾ ਮਤਲਬ ਇਹ ਆ ਵੀ 7 ਪ੍ਰਕਿਰਤੀਜ਼ ਨੇ ਜਿਹੜੀਆਂ ਉਹ 7 ਪਾਰਟਸ ਨੇ ਕਿੰਗਡਮ ਦੇ, ਕਿਸੇ ਵੀ ਕਿੰਗਡਮ ਦੇ 7 ਪਾਰਟਸ ਨੇ। ਜਿਵੇਂ ਆਪਾਂ ਹੁਣ ਕਹਿੰਦੇ ਆ ਵੀ ਇੱਕ ਦੇਸ਼ ਹੈਗਾ, ਉਹਦੇ 4 ਹਿੱਸੇ ਹੁੰਦੇ ਨੇ, ਸੋਵਰੈਨਿਟੀ, ਪੋਪੂਲੇਸ਼ਨ ਹੋ ਗਈ, ਟੈਰੀਟਰੀ ਹੋ ਗਈ, ਗਵਰਨਮੈਂਟ ਹੋ ਗਈ, ਉਹ ਚਾਰਾਂ ਨੂੰ ਮਿਲਾ ਕੇ ਦੇਸ਼ ਬਣਦਾ। ਤਾਂ ਇਹਨੇ ਸਪਤੰਗ ਥਿਉਰੀ ਦਿੱਤੀ ਤੇ ਇਹਦੇ ਵਿੱਚ ਕਿਹਾ ਵਨ ਵੀਲ ਅਲੋਨ ਡਜ਼ ਨਾਟ ਟਰਨ ਐਂਡ ਕੀਪ ਦਾ ਕਾਰਟ ਇਨ ਮੋਸ਼ਨ, ਮਤਲਬ ਸਭ ਤੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮਿਲਾ ਕੇ ਹੀ ਦੇਸ਼ ਚੱਲਦਾ ਹੈਗਾ, ਅੱਗੇ ਵੱਧਦਾ ਹੈਗਾ। ਉਹਦੇ ਵਿੱਚ ਇਹਨੇ ਸਵਾਮਿਨ, ਅਮਰਤਯ, ਜਨਪਦਾ, ਦੁਰਗਾ, ਕੋਸ਼ਾ, ਦੰਡਾ ਤੇ ਮਿੱਤਰਾ ਦੀ ਗੱਲ ਕੀਤੀ। ਤਾਂ ਇਹ ਕੀ ਸੀਗੇ? ਸਵਾਮਿਨ ਇਹ ਰਾਜੇ ਨੂੰ ਕਹਿ ਰਿਹਾ ਜਿਹੜਾ ਰੂਲਰ ਹੈਗਾ,
ਤੇ ਉਹਦੇ ਬਾਰੇ ਇਹ ਕਹਿੰਦਾ ਹੈਗਾ ਵੀ ਉਹ ਹਾਈ ਫੈਮਿਲੀ ਤੋਂ ਬਿਲੋਂਗ ਕਰਨਾ ਹੋਣਾ ਚਾਹੀਦਾ, ਨੋਬਿਲਿਟੀ ਮਤਲਬ ਉੱਚ ਜਾਤ ਹੋ ਗਈ, ਫੈਮਿਲੀ ਵਧੀਆ। ਤੇ ਉਹਦਾ ਇੱਕਮਾਤਰ ਕੰਮ ਹੈ ਸਬਜੈਕਟਸ ਨੂੰ ਪ੍ਰੋਟੈਕਟ ਕਰਨਾ ਤੇ ਉਹਨਾਂ ਦੀ ਪ੍ਰੋਪਰਟੀ ਜਾਨ ਮਾਲ ਦਾ ਮਤਲਬ ਰੱਖਿਆ ਕਰਨੀ, ਇਹਦਾ ਮੇਨ ਕੰਮ ਹੈ। ਤੇ ਇਹ ਅਪਾਇੰਟਮੈਂਟਸ ਕਰਦਾ ਹੈਗਾ ਇੰਪੋਰਟੈਂਟ ਆਫੀਸਰਸ ਦੀਆਂ, ਹਾਈ ਲੈਵਲ ਜਿਹੜੇ ਅਮਤਿਆਸ ਜਾਂ ਮੰਤਰੀ ਹੁੰਦੇ ਨੇ। ਦੂਸਰਾ ਭਾਗ ਕਿਸੇ ਵੀ ਸਟੇਟ ਦਾ ਅਮਤਿਆਸ ਜਾਂ ਮੰਤਰੀ, ਇਹ ਕਨਸੈਪਟ ਕਲੀਅਰ ਨਹੀਂ ਹੈਗੇ ਜ਼ਿਆਦਾ, ਤੇ ਕਈ ਜਗ੍ਹਾ ਤੇ ਲੱਗਦਾ ਮੰਤਰੀ ਤੇ ਅਮਤਿਆਸ ਅੱਡ-ਅੱਡ ਚੀਜ਼ਾਂ ਨੇ। ਮੰਤਰੀ ਜਿਹੜੇ ਹੈਗੇ ਨੇ ਉਹ ਮੰਤਰੀ ਕਾਉਂਸਲ ਆਫ ਮਿਨਿਸਟਰਸ ਜਿਵੇਂ ਅੱਜ ਹੁੰਦੇ ਨੇ ਮਿਨਿਸਟਰਸ ਨੇ, ਇਹ ਥੋੜਾ ਹਾਇਰ ਪੋਸਟ ਹੈ। ਤੇ ਜਿਹੜੇ ਅਮਤਿਆਸ ਨੇ ਇਹ ਥੋੜੇ ਲੋਅਰ ਪੋਸਟ ਤੇ ਨੇ, ਤੇ ਇੱਕ ਤਰੀਕੇ ਦੇ ਸੈਕਟਰੀ ਨੇ, ਜਿਵੇਂ ਮਾਡਰਨ ਟਾਈਮ 'ਚ ਸੈਕਟਰੀ ਹੁੰਦੇ ਨੇ। ਮੰਤਰੀ ਜ਼ਿਆਦਾ ਵੱਡੀ ਪੋਸਟ ਹੈ। ਅਰਥ ਸ਼ਾਸਤਰ ਦੇ ਵਿੱਚ ਕੌਟਿਲਿਆ ਕਹਿੰਦਾ ਜਿਹੜਾ ਰਾਜਾ ਉਹ 3 ਜਾਂ 4 ਅਮਤਿਆਸ ਨੂੰ ਕੰਸਲਟ ਕਰਕੇ ਬੜੇ ਫੈਸਲੇ ਲੈਣੇ ਚਾਹੀਦੇ ਨੇ, ਉਸਨੂੰ ਆਪਾਂ ਇਨਰ ਕੈਬਨਿਟ ਕਹਿ ਰਹੇ ਹਾਂ। ਉਹਦੇ ਵਿੱਚ ਪ੍ਰਾਈਮ ਮਿਨਿਸਟਰ ਆ ਗਿਆ, ਹਾਈ ਪ੍ਰੀਸਟ ਆ ਗਿਆ ਤੇ 2-4 ਹੋਰ ਮੈਂਬਰਸ। ਐਮਰਜੈਂਸੀ ਦੇ ਵਿੱਚ ਜਿਹੜਾ ਰਾਜਾ ਹੈਗਾ ਉਹ ਵਾਈਡਰ ਕਾਉਂਸਲ ਨੂੰ ਵੀ ਕੰਸਲਟ ਕਰ ਸਕਦਾ, ਉਹ ਬਾਡੀ ਆਫ ਮਿਨਿਸਟਰਸ ਵਾਈਡਰ ਮਤਲਬ 4 ਤੋਂ ਬਹੁਤ ਜ਼ਿਆਦਾ ਬੰਦੇ, ਜਿਹਨੂੰ ਉਹ ਕਾਉਂਸਲ ਆਫ ਮਿਨਿਸਟਰਸ ਕਹਿ ਰਿਹਾ ਹੈਗਾ। ਤੇ ਮਿਨਿਸਟਰਸ ਨੇ ਜਿਹੜੇ ਉਹ ਇੰਡੀਵਿਜੂਅਲੀ ਤੇ ਕਲੈਕਟਿਵਲੀ ਰਾਜੇ ਨੂੰ ਰਿਸਪੌਂਸਿਬਲ ਹੈਗੇ ਨੇ। ਮਿਨਿਸਟੀਰੀਅਲ ਆਫੀਸਰ ਜਿਹੜਾ ਹੈਗਾ ਇੱਕ ਮਿਨਿਸਟਰੀ 'ਚ ਕੰਮ ਕਰ ਰਿਹਾ ਹੈਗਾ, ਮਤਲਬ ਇੱਕ ਉਹਦਾ ਡਿਪਾਰਟਮੈਂਟ ਆ, ਉਹ ਜ਼ਿਆਦਾ ਕੰਪੀਟੈਂਟ ਆ ਜ਼ਿਆਦਾ ਦੂਸਰੇ ਜਿਹੜੇ ਮਿਨਿਸਟੀਰੀਅਲ ਆਫੀਸਰ ਨੇ ਉਹਨਾਂ ਨਾਲੋਂ ਆਪਣੇ ਸਬਜੈਕਟ 'ਚ। ਜਦੋਂ ਵੀ ਡੈਲੀਬਰੇਸ਼ਨ ਹੋਊ ਕਾਉਂਸਲ ਆਫ ਮਿਨਿਸਟਰ ਦੀ, ਮੰਨ ਲਓ ਕੋਈ ਡਿਪਾਰਟਮੈਂਟ ਆਫ ਫਾਈਨੈਂਸ ਦਾ ਬੰਦਾ ਹੈ, ਫਾਈਨੈਂਸ ਦੇ ਮੁੱਦੇ ਤੇ ਉਹ ਜ਼ਿਆਦਾ ਕੰਪੀਟੈਂਟ ਆ, ਇਹ ਅਰਥ ਸ਼ਾਸਤਰ 'ਚ ਲਿਖਿਆ ਹੋਇਆ ਹੈ। ਤੇ ਇਹ ਸਮਝਣ ਵਾਲੀ ਵੀ ਗੱਲ ਹੈਗੀ ਆ, ਕਿਉਂਕਿ ਡਿਵੀਜ਼ਨ ਆਫ ਲੇਬਰ ਨਾਲ ਸਪੈਸ਼ਲਾਈਜੇਸ਼ਨ ਤਾਂ ਆਉਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਮਿਨਿਸਟਰਸ ਨੇ ਉਹ 'ਚ ਜਿਹੜੇ ਵੱਡੇ ਮਿਨਿਸਟਰ ਨੇ ਉਹ ਹੈਗੇ ਨੇ ਸੈਕਰੀਫਿਸ਼ੀਅਲ ਪ੍ਰੀਸਟ, ਪ੍ਰਾਈਮ ਮਿਨਿਸਟਰ, ਟੀਚਰ, ਕਮਾਂਡਰ ਆਫ ਦਾ ਆਰਮੀ, ਟ੍ਰੈਜਰਰ ਜਨਰਲ, ਕਲੈਕਟਰ ਜਨਰਲ। ਤਾਂ ਇਹਦੇ ਵਿੱਚ ਸੈਕਰੀਫਿਸ਼ੀਅਲ ਜਿਹੜਾ ਪ੍ਰੀਸਟ ਹੈ ਉਹ ਸੈਕਰੀਫਾਈਸਿਸ ਪਰਫਾਰਮ ਕਰਦਾ ਹੈਗਾ ਪੂਰੇ ਕਿੰਗਡਮ ਦੀ ਬਿਹਤਰੀ ਲਈ, ਗੁੱਡ ਲੱਕ ਲਈ, ਜਾਂ ਕੋਈ ਹੋਰ ਜਿਹੜੇ ਸੈਕਰੀਫਾਈਸਿਸ ਜਾਂ ਯਜਨਾਸ ਪਰਫਾਰਮ ਕਰਨੇ ਨੇ, ਉਹਦਾ ਇਹ ਮੇਨ ਕੰਮ ਹੈਗਾ। ਬਾਕੀਆਂ ਦੀ ਡਿਸਕਸ਼ਨ ਆਪਾਂ ਅੱਗੇ ਕਰਦੇ ਹਾਂ। ਪ੍ਰਾਈਮ ਮਿਨਿਸਟਰ ਨੂੰ ਮਹਾਮਤਿਆ ਵੀ ਕਿਹਾ ਗਿਆ, ਇਹ ਸਾਰਿਆਂ ਤੋਂ ਵੱਡਾ ਮੰਤਰੀ ਹੈ ਜਿਹਦੀ ਜਿਹੜੀ ਪੋਸਟ ਹੈਗੀ ਆ ਉਹ ਚਨਕਿਆ ਨੇ ਲਈ ਹੋਈ ਸੀਗੀ। ਇਹ ਪ੍ਰਾਈਮ ਮਿਨਿਸਟਰ ਸੀ ਚੰਦਰਗੁਪਤ ਮੌਰਿਆ ਦੇ ਟਾਈਮ। ਤੇ ਤੀਸਰਾ ਹੈਗਾ ਜਨਪਦ, ਇਹ ਟੈਰੀਟਰੀ ਤੇ ਪੋਪੂਲੇਸ਼ਨ ਦੇ ਮਿਕਸ ਨੂੰ ਕਿਹਾ ਗਿਆ ਹੈ ਜਨਪਦ। ਤੇ ਉਹਦੇ ਵਿੱਚ ਕੌਟਿਲਿਆ ਕਹਿੰਦਾ ਹੈਗਾ ਵੀ ਜਿਹੜੇ ਲੋਕ ਨੇ ਪ੍ਰੋਸਪਰਸ ਹੋਣੇ ਚਾਹੀਦੇ ਨੇ, ਉਹਨਾਂ ਦੀ ਐਬਿਲਿਟੀ ਹੋਣੀ ਚਾਹੀਦੀ ਹੈ ਟੈਕਸ ਪੇ ਕਰਨ ਦੀ, ਉਹ ਰਾਜੇ ਪ੍ਰਤੀ ਲਾਇਲ ਹੋਣੇ ਚਾਹੀਦੇ ਨੇ, ਤੇ ਉਹਨਾਂ ਦੀ ਹੈਬਿਟ ਹੋਣੀ ਚਾਹੀਦੀ ਆ ਵੀ ਉਹ ਰਾਜੇ ਦੇ ਆਰਡਰਸ ਫੋਲੋ ਕਰਨ, ਤਾਂ ਵਧੀਆ ਪ੍ਰਜਾ ਬਣਦੀ ਹੈ। ਟੈਰੀਟਰੀ ਬਾਰੇ ਉਹ ਕਹਿ ਰਿਹਾ ਵੀ ਜਿਹੜੇ ਰਿਸੋਰਸਿਸ ਨੇ ਉਹ ਵਧੀਆ ਹੋਣ, ਟੈਰੀਟਰੀ 'ਚ ਨੈਚੁਰਲ ਰਿਸੋਰਸਿਸ ਬਹੁਤ ਹੋਣ, ਫਿਰ ਜਿਹੜੀਆਂ ਨੇਬਰਿੰਗ ਸਟੇਟਸ ਨੇ ਉਹ ਕਮਜ਼ੋਰ ਹੋਣ, ਤਾਂ ਹੀ ਜਨਪਦ ਸਟਰੋਂਗ ਰਹੂਗਾ, ਨਹੀਂ ਤਾਂ ਨੇਬਰਿੰਗ ਸਟੇਟਸ ਅਟੈਕ ਕਰ ਸਕਦੀਆਂ ਨੇ। ਫਿਰ ਦੁਰਗਾ, ਫੋਰਟਸ ਦੀ ਗੱਲ ਕਰ ਰਿਹਾ, ਕਿਲੇ ਦੀ। ਤਾਂ ਇਹ 4 ਤਰੀਕੇ ਦੇ ਕਿਲੇ ਦੱਸ ਰਿਹਾ ਹੈਗਾ, ਤੇ ਕਿਲਿਆਂ ਦੀ ਆਪਣੀ ਇੰਪੋਰਟੈਂਸ ਹੈ ਕਿਸੇ ਵੀ ਸਟੇਟ ਦੇ ਵਿੱਚ। ਇਹ 4 ਤਰੀਕੇ: ਔਦਿਕ ਕਿਲਾ ਜਿਹਦੇ ਆਲੇ ਦੁਆਲੇ ਪਾਣੀ ਹੈਗਾ, ਪਰਬਤ ਜਿਹੜਾ ਕਿ ਪਹਾੜੀ ਇਲਾਕੇ ਦੇ ਵਿੱਚ ਕੇਂਦਰ 'ਚ ਹੈ, ਤੇ ਇੱਕ ਕੋਈ ਡੈਜ਼ਰਟ 'ਚ ਆ ਉਹਨੂੰ ਧਨਵਾਨ ਕਿਲਾ ਕਹਿ ਰਿਹਾ ਹੈਗਾ, ਜੇ ਕੋਈ ਜੰਗਲ 'ਚ ਆ ਉਹਨੂੰ ਵਨ ਦੁਰਗਾ। ਇਹ 4 ਤਰੀਕੇ ਦੇ ਕਿਲੇ। ਉਸ ਤੋਂ ਬਾਅਦ ਕੋਸ਼ਾ, ਟ੍ਰੈਜਰੀ ਦੀ ਗੱਲ ਕਰ ਰਿਹਾ। ਇਹ ਕਹਿ ਰਿਹਾ ਵੀ 1/6 ਜਿਹੜਾ ਹੈਗਾ ਪ੍ਰੋਡਿਊਸ ਉਹ ਐਜ਼ ਅ ਟੈਕਸ ਸਰਕਾਰ ਨੂੰ ਇਕੱਠਾ ਕਰਨਾ ਚਾਹੀਦਾ। ਟ੍ਰੈਜਰੀ ਦੇ ਵਿੱਚ ਜਿਹੜਾ ਖਜ਼ਾਨਾ ਹੈ ਸਫੀਸ਼ੀਐਂਟ ਕਰੰਸੀ ਹੋਣੀ ਚਾਹੀਦੀ ਆ, ਵੈਲਿਊਏਬਲ ਮਿਨਰਲਸ ਹੋਣੇ ਚਾਹੀਦੇ ਨੇ ਜਿਵੇਂ ਸੋਨਾ ਚਾਂਦੀ, ਤਾਂ ਉਹਦੇ ਨਾਲ ਟ੍ਰੈਜਰੀ ਬਣਦੀ ਹੈ। ਤੇ ਟ੍ਰੈਜਰੀ ਬਹੁਤ ਇੰਪੋਰਟੈਂਟ ਆ ਕਿਸੇ ਸਟੇਟ ਲਈ, ਕਿਉਂਕਿ ਹਰ ਚੀਜ਼ ਟ੍ਰੈਜਰੀ ਤੇ ਡਿਪੈਂਡ ਆ। ਈਵਨ ਕਿ ਆਰਮੀ ਜਿਹੜੀ ਹੈ ਉਹ ਟ੍ਰੈਜਰੀ ਤੇ ਡਿਪੈਂਡ ਆ, ਕੋਈ ਸਪਲਾਈ ਹੈਗੀ ਆ, ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹ ਵੀ ਪੈਸੇ ਤੇ ਡਿਪੈਂਡੈਂਟ ਨੇ, ਕੋਈ ਮੈਨੂਫੈਕਚਰਿੰਗ ਹੈਗੀ ਆ, ਤਾਂ ਇਹ ਜ਼ਰੂਰੀ ਹੈ। ਉਸ ਤੋਂ ਬਾਅਦ ਦੰਡਾ ਦੀ ਗੱਲ ਕੀਤੀ ਗਈ ਹੈ, ਇਹ ਮਿਲਟਰੀ ਹੈ। ਮਿਲਟਰੀ ਬਾਰੇ ਕਿਹਾ ਗਿਆ ਉਹਨੂੰ ਮਿਲਟਰੀ ਆਰਟ ਆਉਣੀ ਚਾਹੀਦੀ ਹੈ, ਜਿਹੜੇ ਮਿਲਟਰੀ ਪਰਸੋਨਲ ਨੇ ਲੋਇਲ ਹੋਣੀ ਚਾਹੀਦੀ ਹੈ, ਤੇ ਪੈਟਰੋਟਿਕ। ਤੇ ਕਸ਼ਤਰੀਆਸ ਦੀ ਗੱਲ ਕੀਤੀ ਗਈ ਹੈ ਵੀ ਕਸ਼ਤਰੀਆਸ ਵੈਲ ਸੂਟਡ ਨੇ ਫॉर ਮਾਰਸ਼ਲ ਐਕਟੀਵਿਟੀਜ਼, ਤਾਂ ਕਾਸਟਿਜ਼ਮ ਆ ਗਿਆ ਉਰੇ। ਪਰ ਐਮਰਜੈਂਸੀ ਦੇ ਵਿੱਚ ਸ਼ੂਦਰਾ ਤੇ ਵੈਸ਼ਯ ਕਾਸਟ ਦੇ ਲੋਕ ਵੀ ਆ ਸਕਦੇ ਨੇ ਆਰਮੀ ਦੇ ਵਿੱਚ। ਤੇ ਮਿੱਤਰਾ ਦੀ ਗੱਲ ਕੀਤੀ ਹੈ, ਜਿਹੜੇ ਕਿ ਜਿਹਦਾ ਮਤਲਬ ਹੈਗਾ ਅਲਾਈਜ਼, ਮਿੱਤਰਾਸ ਅਲਾਈਜ਼ ਨੇ। ਪਰਮਾਨੈਂਟ ਬੇਸਿਸ ਤੇ ਕੌਟਿਲਿਆ ਕਹਿੰਦਾ ਹੈਗਾ ਅਲਾਈਜ਼ ਬਣਾਉਣੇ ਚਾਹੀਦੇ ਨੇ, ਕਿਉਂਕਿ ਦੋਸਤ ਕੰਮ ਆਉਂਦੇ ਨੇ ਕਿਸੇ ਵੀ ਕਿੰਗਡਮ ਦੇ।